ਵੈਲਕਮ ਲਾਈਫ ਦੇ ਇਸ ਸੈਸ਼ਨ 'ਚ ਤੁਹਾਡਾ ਸਵਾਗਤ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਤਰਕ ਸੰਗਤ ਸੋਚ। ਜਦੋਂ ਵੀ ਅਸੀਂ ਸਵਾਗਤ ਜ਼ਿੰਦਗੀ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਆਪਣੇ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਦੀ ਅਸੀਂ ਗੱਲ ਕਰਦੇ ਹਾਂ। ਉਹਨਾਂ ਸਾਰੇ ਪਹਿਲੂਆਂ ਦੇ ਵਿੱਚੋਂ ਇੱਕ ਮਹੱਤਵਪੂਰਨ ਹੈ ਕਿ ਕੀ ਅਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਕੇ ਆਪਾਂ ਤਰਕਪੂਰਨ ਬਿਹੇਵੀਅਰ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ। ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਹੈ ਜਦੋਂ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ। ਉਹ ਇਮੋਸ਼ਨਲ ਹੋਣਾ ਕੋਈ ਗਲਤ ਨਹੀਂ ਹੈ, ਉਹ ਇਹ ਦਰਸਾਉਂਦਾ ਹੈ ਕਿ ਹਾਂ ਅਸੀਂ ਇਨਸਾਨ ਹਾਂ। ਪਰ ਉਹਨਾਂ ਇਮੋਸ਼ਨਸ ਤੇ ਕੰਟਰੋਲ ਕਰਦੇ ਹੋਏ ਜਦੋਂ ਅਸੀਂ ਸਿਆਣਪ ਦੇ ਨਾਲ ਬਿਹੇਵ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਤਰਕ ਸੰਗਤ ਬਿਹੇਵੀਅਰ। ਕੋਈ ਵੀ ਸਿਚੁਏਸ਼ਨ ਹੋਵੇ, ਗਲਤ ਤੇ ਸਹੀ ਦਾ ਕੋਈ ਇੱਕ ਪੈਮਾਨਾ ਨਹੀਂ ਹੁੰਦਾ। ਜਿਹੜੀ ਗੱਲ ਇੱਕ ਸਿਚੁਏਸ਼ਨ 'ਚ ਸਹੀ ਹੈ ਦੂਜੀ ਸਿਚੁਏਸ਼ਨ 'ਚ ਗਲਤ ਵੀ ਹੋ ਸਕਦੀ ਹੈ। ਜਿਵੇਂ ਆਪਾਂ ਜੇਕਰ ਗੱਲ ਕਰੀਏ ਆਪਣੇ ਭਾਰਤੀ ਸਮਾਜ ਦੀ ਤੇ ਪੱਛਮੀ ਸੱਭਿਅਤਾ ਦੀ, ਕਈ ਗੱਲਾਂ ਇਸ ਤਰ੍ਹਾਂ ਦੀਆਂ ਪੱਛਮੀ ਸੱਭਿਅਤਾ 'ਚ ਸਹੀ ਮੰਨੀਆਂ ਜਾਂਦੀਆਂ ਪਰ ਆਪਣੀ ਸੱਭਿਅਤਾ ਦੇ ਵਿੱਚ ਉਹ ਗੱਲਾਂ ਗਲਤ ਮੰਨੀਆਂ ਜਾਂਦੀਆਂ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਕਿਸ ਤਰ੍ਹਾਂ ਦੀ ਡਰੈਸ ਪਾਉਂਦੇ ਹੋ, ਜੇ ਤੁਸੀਂ ਕਿਸੇ ਪਾਰਟੀ ਤੇ ਜਾ ਰਹੇ ਹੋ ਤੁਹਾਡੀ ਡਰੈਸ ਹੋਰ ਹੋਏਗੀ, ਜੇ ਤੁਸੀਂ ਕਿਸੇ ਮੈਰਿਜ ਪਾਰਟੀ ਤੇ ਜਾ ਰਹੇ ਹੋ ਤੁਹਾਡੀ ਡਰੈਸ ਹੋਰ ਹੋਏਗੀ, ਤੁਸੀਂ ਪਲੇਗਰਾਉਂਡ 'ਚ ਜਾ ਰਹੇ ਹੋ ਤੁਹਾਡੀ ਡਰੈਸ ਹੋਰ ਹੋਏਗੀ, ਘਰ ਵਿੱਚ ਤੁਸੀਂ ਹੋਰ ਤਰ੍ਹਾਂ ਵਿਚਰਦੇ ਹੋ। ਸੋ ਲੋੜ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤਾਲਮੇਲ ਬਿਠਾਉਣ ਦੀ। ਆਪਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਹਰ ਸਿਚੁਏਸ਼ਨ ਦੇ ਵਿੱਚ ਆਪਾਂ ਕਿਵੇਂ ਬਿਹੇਵ ਕਰਨਾ ਹੈ ਤੇ ਆਪਣੇ ਇਮੋਸ਼ਨਸ ਨੂੰ ਕਿਵੇਂ ਕੰਟਰੋਲ ਕਰਨਾ ਹੈ। ਜਦੋਂ ਅਸੀਂ ਇਹ ਸਿੱਖ ਲਿਆ ਤਾਂ ਇਹਦਾ ਮਤਲਬ ਸਾਡੇ ਵਿੱਚ ਤਰਕ ਸੰਗਤ ਸੋਚ ਵਿਕਸਿਤ ਹੋ ਗਈ। ਤਰਕ ਸੰਗਤ ਸੋਚ ਲਾਈਫ ਦੇ ਹਰ ਪਹਿਲੂ ਦੇ ਨਾਲ ਹੀ ਸੰਬੰਧਿਤ ਹੈ। ਭਾਵੇਂ ਆਪਾਂ ਖਾਣ ਪੀਣ ਦੀ ਗੱਲ ਕਰੀਏ, ਭਾਵੇਂ ਆਪਾਂ ਆਪਣੇ ਪਰਿਵਾਰ ਦੇ ਮੈਂਬਰਸ ਨਾਲ ਵਿਚਰਨ ਦੀ ਗੱਲ ਕਰੀਏ, ਭਾਵੇਂ ਆਪਾਂ ਸਮਾਜ 'ਚ ਵਿਚਰਨ ਦੀ ਗੱਲ ਕਰੀਏ, ਆਪਣੇ ਦੋਸਤਾਂ ਮਿੱਤਰਾਂ ਨਾਲ ਵਿਚਰਨ ਦੀ ਗੱਲ ਕਰੀਏ, ਅਲੱਗ-ਅਲੱਗ ਤਰ੍ਹਾਂ ਨਾਲ ਆਪਾਂ ਵਿਚਰਨਾ ਹੁੰਦਾ ਤਾਂ ਆਪਣੇ ਕੋਲ ਹਮੇਸ਼ਾ ਤੋਂ ਹੀ ਦੋ ਰਸਤੇ ਹੁੰਦੇ ਹੈ। ਇੱਕ ਰਸਤਾ ਉਹ ਹੁੰਦਾ ਹੈ ਜੋ ਆਪਾਂ ਨੂੰ ਸਹੀ ਮੰਜ਼ਿਲ ਤੇ ਪਹੁੰਚਾਉਂਦਾ ਹੈ, ਦੂਜਾ ਰਸਤਾ ਉਹ ਹੁੰਦਾ ਹੈ ਜਿਹੜਾ ਸਾਨੂੰ ਭਟਕਾ ਦਿੰਦਾ ਹੈ। ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਚੀਜ਼ ਸਥਿਤੀ ਤੇ ਡਿਪੈਂਡ ਕਰਦੀ ਹੈ ਕਿ ਉਹ ਸਾਡਾ ਰਸਤਾ ਸਹੀ ਹੈ ਜਾਂ ਨਹੀਂ ਹੈ ਸਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਲਾਈਫ 'ਚ ਬਹੁਤ ਸਾਰੀਆਂ ਸਿਚੁਏਸ਼ਨਸ ਆਉਂਦੀਆਂ। ਘਰ ਦੇ ਵਿੱਚ ਤੁਹਾਡੇ ਮੰਮੀ ਨੇ ਕੋਈ ਖਾਣਾ ਬਣਾਇਆ, ਉਹਨਾਂ ਨੇ ਮੰਨ ਲਓ ਕੋਈ ਇਸ ਤਰ੍ਹਾਂ ਦੀ ਸਬਜ਼ੀ ਬਣਾਈ ਹੈ ਜਿਹੜੀ ਤੁਸੀਂ ਬਿਲਕੁਲ ਵੀ ਪਸੰਦ ਨਹੀਂ ਕਰਦੇ, ਤਾਂ ਤੁਸੀਂ ਕਿਵੇਂ ਬਿਹੇਵ ਕਰੋਗੇ? ਕੀ ਤੁਸੀਂ ਉਹਨਾਂ ਨਾਲ ਲੜ ਪੋਗੇ? ਕੀ ਤੁਸੀਂ ਜਿੱਦ ਕਰੋਗੇ? ਜਾਂ ਕੀ ਤੁਸੀਂ ਇਹ ਸੋਚੋਗੇ ਕਿ ਚਲੋ ਠੀਕ ਹੈ, ਇਟਸ ਗੁੱਡ ਫॉर ਮਾਈ ਹੈਲਥ? ਤਾਂ ਜਦੋਂ ਆਪਾਂ ਇਮੋਸ਼ਨਲ ਹੋ ਕੇ ਸੋਚਣਾ ਹੈ ਕਿ ਨਹੀਂ ਜੀ ਮੈਂ ਤਾਂ ਲਾਈਕ ਫਾਸਟ ਫੂਡ ਹੀ ਖਾਣਾ ਹੈ, ਮੈਂ ਗ੍ਰੀਨ ਵੈਜੀਟੇਬਲਸ ਨਹੀਂ ਖਾਣੀਆਂ, ਤਾਂ ਉਸ ਸਿਚੁਏਸ਼ਨ ਨੂੰ ਆਪਾਂ ਕਹਿ ਦਾਂਗੇ ਕਿ ਤੁਸੀਂ ਆਪਣੇ ਇਮੋਸ਼ਨਸ ਤੇ ਚੱਲ ਰਹੇ ਹੋ। ਲੇਕਿਨ ਜਿੱਥੇ ਤੁਸੀਂ ਇਹ ਸੋਚਣ ਲੱਗ ਜਾਓਗੇ ਕਿ ਨਹੀਂ ਸ਼ੀ ਇਜ਼ ਥਿੰਕਿੰਗ ਅਬਾਊਟ ਮਾਈ ਗੁੱਡਨੈਸ, ਤਾਂ ਕਈ ਸਿਚੁਏਸ਼ਨਸ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਤੁਹਾਡੇ ਕੋਲ ਇੱਕ ਚੋਇਸ ਹੁੰਦੀ ਹੈ। ਤੁਸੀਂ ਬੁੱਕ ਤੁਹਾਡੇ ਹੱਥ 'ਚ ਹੈ, ਬੁੱਕ ਜੇ ਨਹੀਂ ਵੀ ਹੈਗੀ ਆ ਜਾਣਗੀਆਂ ਥੋੜੇ ਦਿਨਾਂ ਤੱਕ ਤੁਹਾਡੇ ਕੋਲੇ, ਤਾਂ ਜਦੋਂ ਤੁਸੀਂ ਬੁੱਕਸ ਦੇਖੋਗੇ ਇਹਨਾਂ ਬੁੱਕਸ 'ਚ ਅਸੀਂ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਪਾਈਆਂ ਹੋਈਆਂ ਇਹਨਾਂ ਚੈਪਟਰਸ 'ਚ। ਤਾਂ ਇੱਕ ਜਿਹੜੀ ਐਕਟੀਵਿਟੀ ਸੀ ਇਹਦੇ 'ਚ ਉਹ ਇਹ ਸੀ ਕਿ ਤੁਹਾਡੇ ਕੋਲ ਚੋਇਸ ਹੈ, ਸਿਚੁਏਸ਼ਨਸ ਨੇ ਅਲੱਗ-ਅਲੱਗ ਸਿਚੁਏਸ਼ਨਸ ਹੈ ਕਿ ਕੀ ਤੁਸੀਂ ਆਮ ਰੂਟੀਨ 'ਚ ਕਿਸ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਹੋ। ਤੁਸੀਂ ਫਾਸਟ ਫੂਡ ਖਾਣਾ ਪਸੰਦ ਕਰਦੇ ਹੋ, ਤੁਸੀਂ ਗ੍ਰੀਨ ਵੈਜੀਟੇਬਲਸ ਖਾਣਾ ਪਸੰਦ ਕਰਦੇ ਹੋ ਕਿ ਜਾਂ ਤੁਸੀਂ ਕੁਝ ਹੋਰ ਲਾਈਕ ਕਰਦੇ ਹੋ।
हुण इत्थे क्वेश्चन ये है कि मन लो थोड़ी तबीयत खराब है, डॉक्टर ने तुहानूं प्रिस्क्राइब किया होया है कि यू हैव टू टेक हेल्दी फूड ओनली या होममेड फूड ओनली, लेकिन तुहाडा मन चंचल है, तुसी कहंदे हो कि नहीं मैं तो जी मैं बाजार का ही खाना खाना है, मैं तो फास्ट फूड ही खाना है। तो की उस हालत दे विच तुसी अपने आप ते कंट्रोल कर पाते हो कि नहीं कर पाते हो? कि तुसी ये सोचने के काबिल हैगे हो कि जे डॉक्टर ने कहा है तो मेरे भले लिए क्या है? जदों तुसी वो चीज़ सोच ली तो फिर इहदा मतलब यू आर थिंकिंग रैशनली। इसे तरह ही कोई भी सिचुएशन होवे, तुहाडा कल नूं पेपर है, अज तुहाडा कोई दोस्त मित्र आ जांदा है, तुहानूं आके कहंदा है कि मैनूं तां ये किताब चाहिदी है। हुण तुसी डबल माइंड हो, तुसी की करोगे? तुसी अपने दोस्त नूं नाराज़ भी नहीं करना चाहते, पर तुहाडा एग्जाम भी इंपॉर्टेंट है, तो इस सिचुएशन नूं किवें हैंडल करोगे? तुसी इमोशनली चलोगे कि लै जा कोई गल नहीं, उहदे नाल की होएगा? तुहाडा नुकसान हो जाएगा। तो जे तुसी लॉजिकली चलोगे, जे बिल्कुल ही इफ यू बिकम स्ट्रेट फॉरवर्ड कि नहीं जी मैं तो नहीं दिंदा, उहदे नाल तुहाडा रिलेशन खराब हुंदा है। सो इस सिचुएशन च की तुहाडे कोले होएगा तर्क संगत बिहेवियर। तुसी या उहनूं ये कह सकदे हो कि तुसी बीबी बैठ जा, जो तू करना हैगा इहदे चों क्वेश्चंस वगैरह जो भी करने हैं उत्थे बैठ के कर लै और देन यू कैन गो, है ना। या तुसी उहनूं ये कह सकदे हो कि बुक लै तां जा पर मैनूं घंटे बाद वापस कर जी, ठीक है ना। सो अगर तुसी इमोशंस और बिल्कुल रूड बिहेवियर जो करन लग जाते हो वो एरोगेंस कहन लग जाता है ना। तो जो तुसी इमोशंस ते रूड बिहेवियर दे विचला कोई रस्ता लभ लैंदे हो, दैट इज कॉल्ड रैशनल थिंकिंग, कि तुसी अपने सही ते गलत दे विच पहचान करन दे काबिल हो जांदे हो। तुसी हैंडल कर लैंदे हो सिचुएशन नूं कि दूजा बंदा नाराज भी ना होवे, तुहाडा दोस्त मित्र, ते तुहाडा भी कोई नुकसान ना होवे। तो तुसी स्कूल च भी देखिया होएगा कि कई बारी क्लास दे विच हुण इन्ने बच्चे है, तुहाडी किसी एक बच्चे दे प्रति या ज़्यादा दे प्रति कोई एक धारणा बन जाती है कि ये इस तरह है। कई बारी की हुंदा है कि तुसी क्लास दे विच हमेशा एक बच्चे नाल ही या दो बच्चों के नाल ही अल्टरनेटिवली उन्हां नाल ही बैठना चाहते हो, बैठना पसंद करते हो आमतौर पर। तो जे वो नहीं आता तो तुसी इकल्ले भी बह जाओगे, लेकिन तुसी किसी होर नाल सीट नहीं शेयर करोगे। इत्थे हुण आ जांदा क्वेश्चन कि तुहाडी इस सोच पिछे की कारण हो सकता है। इत्थे आपां ये कह सकते हैं कि कदी कदी इस तरह हुंदा है कि किसी दूजे बंदे दीयां गल्लां सुन के आपां लोग अपने माइंड नूं फिक्स कर लैंदे हैं। आपां किसी होर दी विचारधारा दे नाल दूजे बंदे नूं देखना शुरू कर दिंदे हैं, बिना अपने खुद दे एनालिसिस किते, बिना आपां खुद दे देखे आपां किसी दे बारे च भी कोई विचारधारा बना लैंदे हैं ते उहनूं फिर ब्लाइंडली फॉलो करते रहने हैं। इत्थे हुण लोड़ है कि नहीं आपां अपना माइंड सैट जिहड़ा है वो चेंज किवें करना है। सो जिहड़ी भी चीज़ तुहानूं लॉजिकल थिंकिंग लई या रैशनल थिंकिंग लई रोकदी है, लेट्स ट्राई दैट उस चीज़ नूं ट्राई करो, देखो जिहड़ी चीज़ तुहानूं लगदा है कि लोकी कह रहे हैं इस करके नहीं मैं करनी, या मान लो किसी दोस्त मित्र बारे किसी तीजे बंदे ने तुहानूं कह दिता कि वो तो इस तरह ही नहीं, तुसीं खुद देखो, खुद परखो और फिर अपना डिसीजन लवो। और तुसीं देखोगे कई बारी तुहाडी सोच बिल्कुल ही अलग हुंदी है, तुसीं कुछ होर ही सोच रहे हुंदे हो पर एक्चुअली दे विच एंगल होर ही हुंदा, तस्वीर होर ही हुंदी है कोई। सो जदों भी क्लास दे विच दूजे बच्चों दे नाल
ਤੁਸੀਂ ਵਿਚਰਨਾ ਹੈ, ਬਿਹੇਵ ਕਰਨਾ ਹੈ, ਤਾਂ ਇਹ ਮਨ 'ਚ ਕਦੀ ਨਾ ਲਿਆਓ ਕਿ ਉਹ ਅੱਛਾ ਹੈ, ਬੁਰਾ ਹੈ, ਵਟ ਐਵਰ ਹੀ ਔਰ ਸ਼ੀ ਇਜ਼। ਕੋਈ ਕੀ ਕਹਿੰਦਾ ਹੈ ਉਹਦੇ ਬਾਰੇ 'ਚ ਉਹ ਨਾ ਦੇਖੋ, ਤੁਸੀਂ ਖੁਦ ਦੇਖੋ ਕਿ ਤੁਸੀਂ ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ। ਤਾਂ ਤੁਸੀਂ ਦੇਖੋਗੇ ਕਿ ਜਿਹੜਾ ਬੱਚਾ ਤੁਸੀਂ ਜਿਹਦੇ ਨਾਲ ਹਮੇਸ਼ਾ ਸੀਟ ਸ਼ੇਅਰ ਕਰਦੇ ਹੋ, ਜੇ ਉਹ ਨਹੀਂ ਆਇਆ ਸਪੋਜ਼, ਤਾਂ ਤੁਸੀਂ ਮਨ 'ਚ ਧਾਰਨਾ ਬਣਾ ਲਈ ਕਿ ਮੈਂ ਕਿਸੇ ਹੋਰ ਕੋਲ ਬੈਠਣਾ ਹੀ ਨਹੀਂ। ਤਾਂ ਕਦੀ ਕਦੀ ਸੀਟ ਚੇਂਜ ਕਰਕੇ ਟਰਾਈ ਕਰਕੇ ਦੇਖੋ, ਤੁਸੀਂ ਦੇਖੋਗੇ ਕਿ ਦੂਸਰੇ ਬੱਚਿਆਂ ਦੇ ਨਾਲ ਮਿਕਸਅਪ ਹੋਣਾ ਜਿਹੜਾ ਹੈ ਉਹ ਵੀ ਜ਼ਰੂਰੀ ਹੈ, ਬਜਾਏ ਇਸ ਦੇ ਕਿ ਆਪਣੀ ਸੋਚ ਜਿਹੜੀ ਹੈ ਉਹਨੂੰ ਤੁਸੀਂ ਨੈਰੋ ਰੱਖ ਲਓ ਕਿ ਨਹੀਂ। ਹਰ ਬੱਚਾ ਕੋਈ ਨਾ ਕੋਈ ਕੁਆਲਿਟੀ ਜਿਹੜੀ ਹੈ ਉਹ ਰੱਖਦਾ ਹੈ, ਜਿਹੜੀ ਚੀਜ਼ ਤੁਹਾਡੇ 'ਚ ਨਹੀਂ ਹੈ ਉਹ ਦੂਜੇ 'ਚ ਵੀ ਹੋ ਸਕਦੀ ਹੈ। ਤਾਂ ਅਗਰ ਤੁਸੀਂ ਰੈਸ਼ਨਲੀ ਚੱਲੋਗੇ, ਇਮੋਸ਼ਨਲੀ ਨਹੀਂ ਚੱਲੋਗੇ, ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਵਿੱਚ, ਤੁਹਾਡੇ ਬਿਹੇਵੀਅਰ 'ਚ ਇੱਕ ਬੜਾ ਹੀ ਪੋਜ਼ਿਟਿਵ ਚੇਂਜ ਆਏਗਾ। ਲੇਕਿਨ ਜੇ ਤੁਸੀਂ ਹਰ ਗੱਲ 'ਚ ਇਮੋਸ਼ਨਲ ਹੋ ਜਾਂਦੇ ਹੋ, ਹਰ ਗੱਲ 'ਚ ਭਾਵਨਾਵਾਂ 'ਚ ਬਹਿ ਜਾਂਦੇ ਹੋ ਕਿ ਨਹੀਂ ਜੀ ਮੈਂ ਇਸ ਕਰਕੇ ਨਹੀਂ ਬਹਿਣਾ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ, ਤਾਂ ਉਹ ਗਲਤ ਹੈ। ਤਾਂ ਹਮੇਸ਼ਾ ਤਰਕਪੂਰਨ ਹੋ ਕੇ ਸੋਚੋ ਤੇ ਦੂਜਿਆਂ ਦੇ ਨਾਲ ਐਡਜਸਟਮੈਂਟ ਕਰਨ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਬੜੀ ਆਸਾਨੀ ਹੋਏਗੀ। ਤਾਂ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਜੇ ਅਸੀਂ ਜਿੱਦ ਫੜ ਲਾਂਗੇ ਤਾਂ ਫਿਰ ਅਸੀਂ ਤਰਕ ਢੰਗ ਨਾਲ ਨਹੀਂ ਸੋਚ ਸਕਾਂਗੇ। ਇਸੇ ਤਰ੍ਹਾਂ ਹੀ ਜੇਕਰ ਸਿਚੁਏਸ਼ਨ ਆ ਗਈ ਕਿ ਮੰਨ ਲਓ ਤੁਹਾਡੇ ਮਦਰ ਬਿਮਾਰ ਨੇ ਔਰ ਤੁਸੀਂ ਪਹਿਲਾਂ ਦਾ ਹੀ ਆਪਣੇ ਦੋਸਤਾਂ ਮਿੱਤਰਾਂ ਨਾਲ ਕੋਈ ਪਾਰਟੀ ਤੇ ਜਾਣ ਦਾ, ਕੋਈ ਪਿਕਨਿਕ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ, ਤਾਂ ਫਿਰ ਤੁਸੀਂ ਕਿਸ ਗੱਲ ਨੂੰ ਪਹਿਲ ਦਿਓਗੇ? ਕੀ ਤੁਸੀਂ ਘਰ ਰਹਿ ਕੇ ਆਪਣੇ ਮਦਰ ਦੀ ਕੇਅਰ ਕਰੋਗੇ ਜਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਣਾ ਫਿਰਨਾ ਜਾਂ ਆਪਣੇ ਪ੍ਰੀ ਪਲਾਨਡ ਪ੍ਰੋਗਰਾਮਸ ਨੂੰ ਪਹਿਲ ਦਿਓਗੇ? ਤਾਂ ਇੱਥੇ ਤਰਕ ਸੰਗਤ ਸੋਚ ਕੀ ਕਹੇਗੀ? ਇੱਥੇ ਤਰਕ ਸੰਗਤ ਸੋਚ ਇਹ ਕਹੇਗੀ ਕਿ ਉਸ ਹਾਲਤ ਦੇ ਵਿੱਚ ਯੂ ਸ਼ੁੱਡ ਹੈਵ ਸਟੇਡ ਐਟ ਹੋਮ, ਕਿ ਤੁਹਾਨੂੰ ਘਰ ਰਹਿ ਕੇ ਆਪਣੇ ਮਦਰ ਦੀ ਕੇਅਰ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਕਿਉਂਕਿ ਲਾਈਫ 'ਚ ਘੁੰਮਣ ਫਿਰਨ ਦਾ, ਪਿਕਨਿਕ ਜਾਣ ਦਾ ਬਹੁਤ ਮੌਕੇ ਮਿਲਣਗੇ, ਠੀਕ ਹੈ ਨਾ, ਪਰ ਜਿਹੜੇ ਮਦਰ ਇਸ ਵੇਲੇ ਉਹਨਾਂ ਨੂੰ ਲੋੜ ਹੈ ਤੁਹਾਡੀ ਕੇਅਰ ਦੀ, ਤਾਂ ਉਹ ਜਿਹੜੀ ਹੈ ਉਹ ਤਰਕ ਸੰਗਤ ਸੋਚ ਹੈ। ਅਗਰ ਤੁਸੀਂ ਇਹ ਸੋਚਣ ਦੇ ਕਾਬਿਲ ਹੋ ਜਾਂਦੇ ਹੋ ਕਿ ਨਹੀਂ ਮੇਰੇ ਲਈ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਹੈ, ਤਾਂ ਉਹ ਤਰਕ ਸੰਗਤ ਸੋਚ ਹੈ। ਸੋ ਤਰਕ ਸੰਗਤ ਸੋਚ ਜਿਹੜੀ ਹੈ ਉਹ ਤੁਹਾਨੂੰ ਕਿਸੇ ਵੀ ਸਿਚੁਏਸ਼ਨ 'ਚ ਸਹੀ ਜਾਂ ਗਲਤ ਦੀ ਪਛਾਣ ਕਰਨ ਦੇ ਲਈ ਸਿਖਾਏਗੀ। ਸੋ ਤਰਕ ਸੰਗਤ ਸੋਚ ਜਿਹੜੀ ਹੈ ਉਹ ਵਿਅਕਤੀ ਤੋਂ ਵਿਅਕਤੀ ਬਦਲਦੀ ਰਹਿੰਦੀ ਹੈ। ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਕਲਚਰ ਦੇ ਵਿੱਚ ਜਿਹੜੀ ਗੱਲ ਸਹੀ ਹੈ ਉਹ ਦੂਜੇ ਕਲਚਰ 'ਚ ਗਲਤ ਹੁੰਦੀ ਹੈ। ਇਸੇ ਤਰ੍ਹਾਂ ਹੀ ਜੋ ਗੱਲ ਇੱਕ ਵਿਅਕਤੀ ਲਈ ਸਹੀ ਹੈ ਦੂਜੇ ਲਈ ਉਹ ਗਲਤ ਵੀ ਹੋ ਸਕਦੀ ਹੈ। ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਤਾਂ ਇਸ ਲੈਸਨ ਦੇ ਵਿੱਚ ਅਸੀਂ ਇੱਕ ਡਿਬੇਟ ਦੀ ਐਕਟੀਵਿਟੀ ਵੀ ਮੈਂ ਰੱਖੀ ਸੀ। ਤਾਂ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਦੇ, ਕਿਸੇ ਵੀ ਕਨਸੈਪਟ ਦੇ ਜਾਂ ਕਿਸੇ ਵੀ ਆਈਡੀਆ ਦੇ ਪ੍ਰੋਜ਼ ਵੀ ਦੇਖਦੇ ਹਾਂ, ਕੌਨਸ ਵੀ ਦੇਖਦੇ ਹਾਂ, ਉਹਦੇ ਚੰਗੇ ਪੱਖ ਵੀ ਦੇਖਦੇ ਹਾਂ, ਮਾੜੇ ਪੱਖ ਵੀ ਦੇਖਦੇ ਹਾਂ, ਦੋਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਬਿਹੇਵ ਕਰਦੇ ਹਾਂ, ਤਾਂ ਉਹਨੂੰ ਵੀ ਆਪਾਂ ਰੈਸ਼ਨਲ ਥਿੰਕਿੰਗ ਕਹਿ ਦਿੰਦੇ ਹਾਂ। ਜਿਵੇਂ ਚੈਪਟਰ ਦੇ ਵਿੱਚ ਤੁਸੀਂ ਦੇਖਿਆ ਮੈਂ ਕੁਐਸਚਨ ਇੱਕ ਪੁੱਛੀ ਹੋਈ ਹੈ, ਡਿਬੇਟ ਪੁੱਛੀ ਹੋਈ ਹੈ, ਉਹਦੇ 'ਚ ਪੁੱਛਿਆ ਹੋਇਆ ਹੈ ਕਿ ਸਾਂਝਾ ਪਰਿਵਾਰ ਜਿਹੜਾ ਹੈ, ਜੁਆਇੰਟ ਫੈਮਿਲੀ ਜਿਹੜੀ ਹੈ, ਉਹਦੇ ਫਾਇਦੇ ਕੀ ਨੇ ਤੇ ਨੁਕਸਾਨ ਕੀ ਨੇ। ਇਸੇ ਤਰ੍ਹਾਂ ਹੀ ਇੱਕ ਜਿਹੜੀ ਸਿੰਗਲ ਫੈਮਿਲੀ ਹੈ ਜਾਂ ਨਿਊਕਲੀਅਰ ਫੈਮਿਲੀ ਹੈ, ਇੱਕ ਕਹਿ ਰਿਹਾ ਪਰਿਵਾਰ ਹੈ, ਉਹਦੇ ਕੀ ਫਾਇਦੇ ਵੀ ਹੈ ਤੇ ਕੀ ਨੁਕਸਾਨ ਵੀ ਹੈ। ਅਗਰ ਹਾਲਾਤ ਨੋਰਮਲ ਹੁੰਦੇ ਤਾਂ ਫਿਰ ਸਕੂਲ ਦੇ ਵਿੱਚ ਐਕਟੀਵਿਟੀ ਕਰਵਾਈ ਜਾਂਦੀ, ਗਰੁੱਪਸ ਬਣਾ ਕੇ ਪੁੱਛੇ ਜਾਂਦੇ, ਤੁਹਾਡੇ ਵਿਊਜ਼ ਪੁੱਛੇ ਜਾਂਦੇ। ਇੱਥੇ ਹੁਣ ਸਿਰਫ ਡਿਸਕਸ਼ਨ ਹੀ ਆਪਾਂ ਕਰ ਸਕਦੇ ਹਾਂ
कि देखो कोई भी पहलू ਆਪਾਂ ਲੈ ਲਈਏ ਲਾਈਫ ਦਾ, हर पक्ष का चंगा पहलू भी होंगे, माड़ा भी होंगे, है ना। चंगे इफेक्ट्स भी होंगे, माड़े इफेक्ट्स भी होंगे। तो जेकर आप ये सोच लीए कि एक बंदे का विचार जोड़ा है वो गलत है, दूजे का विचार सही है, तो वह भी गलत है। दुनिया नूं कदे भी किसी जिवें कहंदे ना कि जिहड़े रंग की आप एनक लगा लांगे, सानू दुनिया उस तरह की नज़र आने लग जाती है। जे आप लाल शीशे की एनक लगा लांगे, आपू सारा कुछ लाल नज़र आने लग जाएगा। जे आप नीले शीशे की एनक लगा लांगे, आपू नीला नीला नज़र आने लग जाएगा। तो इस तरह ही जिवें दी आप अपनी सोच बना लांगे, सानू उस तरह का ही जिहड़ा है दुनिया नज़र आने लग जाएगी। तो कदे भी आप नहीं कह सकते कि एक बंदे की सोच गलत है, दूजे की सोच सही है। लोड़ है कि अपनियां वो जड़ियां जिवें मैं क्या रंग दा रैनका है उन्होंने उतार के लॉजिकली सोचन दी, रैशनली सोचन दी, तो फिर तुहानूं पता लगेगा कि नहीं दूजे का पहलू भी सही हो सकता है। जिहड़ी चीज़ मेरे लिए गलत है वो तुहाडे लिए सही भी हो सकती है। सो असीं ये देखिया है कि ये रैशनल थिंकिंग या तर्क संगत सोच फिर की हुई। तर्क संगत सोच ये हुई कि जदों आप इमोशनल नहीं होंदे, बल्कि बड़े विवेकपूर्ण ढंग दे नाल सही गलत की पहचान करते हुए असी बिहेव करते हैं। इस तरह ही इस चैप्टर दे विच एक होर सिचुएशन सी जिहदे च सीगा कि मन लो तुहाडे घरे गेस्ट आए हैं और तुहाडे मदर तुहानूं बाजार भेज दिंदे है कि तुसीं बाजारों आसमान जिहड़ा है लैके आना है, तो उत्थे रस्ते च तुहाडा कोई फ्रेंड तुहानूं मिल जाता है, वो तुहानूं दसदा है कि मेरे ब्रदर बहुत बीमार है, मैं मेडिसिन लैण आया सी लेकिन मेरे को पैसे घट है, तो वट विल यू डू? की तुसीं अपने उस दोस्त की मदद करोगे या कि तुसीं पहला घर जाओगे, अपने मदर ने जिहड़ा काम तुहानूं दिता है क्योंकि शी इज़ ऑल्सो वेटिंग फॉर यू। तो इत्थे जिहड़ा है फिर कॉन्फ्लिक्टिंग सिचुएशन हो जाती है कि तुसीं इमोशनल होकर सोचना है कि तुसीं लॉजिकली सोचना है। तो इत्थे हुण लॉजिकल आंसर तो यही होएगा ना भी अपने दोस्त नूं कहोगे तू मेरे नाल घर ही आ जा, ठीक है, घर मम्मी नूं समान फड़ा के उदों बाद यू कैन गो टू हेल्प हिम। सो कई हालातों दे विच आपां इमोशनल होने की बजाय लॉजिकल होकर सोचना हुंदा है, रैशनली सोचना हुंदा है, तर्क संगत होकर सोचना हुंदा है। सो आपां देखिया कि तर्क संगत सोच जेकर एक बारी साडे च डिवेलप हो जाती है, अगर आप एक बारी रैशनली सोचना शुरू कर दिंने आ तो असी छोटिया छोटिया गल्लां भी जड़ियां वो सीख जाने हैं। कहते हैं कि कोई इंसान इस गल नाल नहीं सियाना बनता कि वह किन्नियां उच्चियां उच्चियां ते वड्डियां वड्डियां गल्लां करदा है, बल्कि इस गल नाल सियाना बनता है कि छोटियां छोटियां किन्नियां को गल्लां समझदा है, कि उन्होंने छोटी छोटी गल समझ आती है कि नहीं आती है। तो जेकर असी तर्कपूर्ण ढंग नाल सोचना शुरू कर दईए तो असी सिर्फ एक पर्टिकुलर सिचुएशन च ही नहीं बल्कि जीवन के हर हालात दे विच वधिया होके विचरण योग हो जाते हैं। इस लैसन दे विच मैं एक एक्टिविटी दिती हुई है, तुसी देखी होएगी सारे ने। इहदे विच की है कि मन लो तुहाडे किसी दोस्त का, मित्र का, सहेली का बर्थडे है, तुसी पार्टी ते गए हो उन्हां दे घर, बड़ी वधिया म्यूजिक चल रहा है, यू आर इंजॉइंग, यू आर टेकिंग इटेबल्स एंड ऑल वटएवर, है ना, तुसी बहुत इंजॉय कर रहे हो। लेकिन किसी गल तो अचानक तुसी देखते हो कि उहदा तुहाडे फ्रेंड का ते उहदे मम्मी पापा का किसी गल तो बहस शुरू हो गई, वो आपस च बहसन लग गए। तो इत्थे हुण एक्टिविटी की सीगी, फस्ट ये सी मतलब क्वेश्चन सीगे कि मन लो
ਤੁਸੀਂ ਗਏ ਹੋਏ ਉਸ ਪਾਰਟੀ ਦੇ ਵਿੱਚ, ਆਪਣੇ ਫਰੈਂਡ ਦੀ ਪਾਰਟੀ 'ਚ, ਤਾਂ ਤੁਸੀਂ ਕੀ ਮਹਿਸੂਸ ਕਰੋਗੇ ਉੱਥੇ? ਸਭ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਹੜੀ ਬਹਿਸ ਹੈ ਉਹ ਕਿਉਂ ਹੋ ਰਹੀ ਹੋਏਗੀ? What can be the reason? रीजन कोई भी हो सकता है ना। दूजा क्वेश्चन इत्थे ये सीगा कि जिस भी रीजन करके बहस हुई है, तां जे तुहाडा दोस्त नाराज हो गया है, उन्हें केक नहीं कटिया, वो नाराज होके चला गया है, तां उहदे जिहड़े मम्मी पापा ने उस सिचुएशन च वो की फील कर रहे होणगे? हुण ਜਦੋਂ ਆਪਾਂ ਦੂਸਰੇ ਦੀ ਫੀਲਿੰਗ ਦੇਖਣ ਲੱਗ ਜਾਂਦੇ ਆ, ਦੂਜੇ ਨੂੰ ਮਹਿਸੂਸ ਕਰਨ ਲੱਗ ਜਾਂਦੇ ਆ ਕਿ ਇਸ ਸਿਚੁਏਸ਼ਨ 'ਚ ਇਹਨੂੰ ਇਹ ਚੀਜ਼ ਮਹਿਸੂਸ ਹੋਈ ਹੈ, ਮੇਰੇ ਇਸ ਬਿਹੇਵੀਅਰ ਦੇ ਨਾਲ ਦੂਜੇ ਨੂੰ ਕਿੱਥੇ ਸੱਟ ਲੱਗੀ ਹੈ, ਤੇ ਫਿਰ ਤੁਸੀਂ ਜਦੋਂ ਆਪਣਾ ਆਪ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਇੰਪਰੂਵ ਕਰ ਲੈਂਦੇ ਹੋ, ਤੇ ਇਹਦਾ ਮਤਲਬ ਤੁਸੀਂ ਤਰਕ ਸੰਗਤ ਸੋਚ ਨਾਲ ਹੁਣ ਚੱਲਣ ਲੱਗ ਗਏ ਹੋ, ਇਮੋਸ਼ਨਲ ਨਹੀਂ ਹੋ ਕੇ ਚੱਲਦੇ। ਹੁਣ ਦੇਖੋ, रीजन कोई भी हुंदा, कोई भी एनी रीजन, लेकिन अगर तुहाडा वो फ्रेंड है जिहड़ा वो उस हालत दे विच, उस पार्टी दे विच अपने मम्मी पापा दे नाल बहस नहीं करदा, मान लो, जां जो भी उन्होंने कोई ग्रजेस सीगियां, जो कुछ भी उहदा गुस्सा गिला सीगा, उन्होंने थोड़ी देर पोस्टपोन कर दिंदा, इमोशनल होने की बजाय तर्कपूर्ण सोचदा कि पार्टी चल रही है, मेरे इन्ने आए हुए हैं, नोन पीपल आए हुए हैं, तो इन्हां दे विच मैं बहस कर रहा जां लड़ रहा जां उन्हां दा मूड खराब कर रहा है, तो फिर उहदे च इहदा मतलब रैशनल थिंकिंग दी जिहड़ी सोच है, दी जिहड़ी पावर है, वो डिवेलप हो चुकी है। सो कोई भी सिचुएशन होवे, तुहानूं कई चीज़ां अपनी इच्छा के अनुसार नज़र नहीं आ रही होंदियां कि मेरी इच्छा अनुसार नहीं हो रहा, बट स्टिल व्हेन यू आर एबल टू कंट्रोल योरसेल्फ, कोई तुहानूं बिना गल तो झिड़क रहा है, बिना गल तो तुहाडे नाल लड़ रहा है, तुहाडे कोल दो ऑप्शनस हैं, दो भी नहीं एक्चुअली 3 ऑप्शनस हैं, या तो तुसीं बराबर उहदे नाल लड़न लग जाओगे, या तुसीं रोन लग जाओगे, तो या तुसी उस सिचुएशन चो चले जाओगे, सोचोगे कि पीस ऑफ माइंड इज मोर इंपोर्टेंट। तो तुसी देखोगे कि जदों तुसी लॉजिकली सोचते हो, तो थोड़े समय बाद, कुछ समय बाद वही हालात जिहड़े तुहानूं कुछ समय पहलां लग रहे सीगे कि बड़े उलझे हुए हैं, बड़ी कन्फ्लिक्ट चल रही है, बड़ी मतलब गमगीन माहौल है कह लो, या बड़े लड़ाई झगड़े का माहौल है, तो तुसी उहनूं थोड़ी देर लई शांत हो जाओ, थोड़ी देर लई छड़ दो, थोड़ी देर बाद सोचोगे, तो तुहानूं लगेगा कि मैं तो एवं बिना गल तो इस तरह सोच रहा सी, इस तरह तो कुछ भी नहीं है। तो कई हालातों दे विच इस तरह की सिचुएशन के उपर कंट्रोल करना जरूरी हो जाता है। हुण तुहाडा दोस्त, तुहाडी सहेली अपने पेरेंट्स नाल लड़ के, सारा माहौल खराब करके, पार्टी खराब करके उथों जाण दी बजाय अगर उत्थे रह के थोड़ी देर की गल सी, पार्टी खत्म हो जानी सी, उस तो बाद सारा कुछ सैट हो जाना सी, बाद च मम्मी पापा नाल अपने 10 दिन की जो भी प्रॉब्लम सी या जो भी सी उन्होंने, है ना, तो वो रैशनल सोच सी, उहदी तर्क सोच सी। हुण तीजा क्वेश्चन ये है कि जिहड़े पेरेंट्स ने इस सिचुएशन च, यही सेम सिचुएशन है, बच्चा जिहदा बर्थडे है वो नाराज होके बहस के चला गया है, तुसी मतलब सोच सकते हो कि पेरेंट्स दा की उन्हां दी फीलिंग होएगी, की उन्हां दा रिएक्शन होएगा उस हालात दे विच, वो समझना भी जिहड़ा है वो बहुत जरूरी है। तो तुसी देखोगे कि रैशनली तुहाडे उस फ्रेंड दा बिहेवियर कितना गलत सी। इत्थे हुण नैक्सट क्वेश्चन ये है कि मन लो तुसी उस सिचुएशन च शामिल हो, तो तुसी उस हालात दे विच की करोगे? की तुसी अपने दोस्त को समझाओगे, या की तुसी
ਉਹਦੇ ਪੇਰੈਂਟਸ ਨੂੰ ਹੌਸਲਾ ਦਿਓਗੇ ਜਾਂ ਕੀ ਤੁਸੀਂ ਉਸ ਪਾਰਟੀ ਦਾ ਮਾਹੌਲ ਖਰਾਬ ਦੇਖ ਕੇ ਤੇ ਉੱਥੋਂ ਚੁੱਪ-ਚਾਪ ਚਲੇ ਜਾਓਗੇ? ਇਹ ਉੱਥੇ ਤੁਹਾਡਾ ਤਰਕਸੰਗਤ ਬਿਹੇਵੀਅਰ ਹੈ। ਹੁਣ ਰੀਜ਼ਨ ਕੋਈ ਵੀ ਹੋਵੇ, ਜੇ ਹੁਣ ਕਲਾਸਿਸ ਨੋਰਮਲ ਲੱਗ ਰਹੀਆਂ ਹੁੰਦੀਆਂ ਤਾਂ ਫਿਰ ਤੁਹਾਨੂੰ ਪੁੱਛਣਾ ਸੀ ਵੀ ਕੀ ਕਾਰਨ ਹੋ ਸਕਦਾ ਹੈ, ਉਹ ਜਿਹੜਾ ਦੋਸਤ ਹੈ ਉਹ ਕਿਉਂ ਬੈਸਟ ਪਿਆ, ਕਿਉਂ ਲੜਿਆ ਹੋਏਗਾ। ਲੇਕਿਨ ਹੁਣ ਕਿਉਂਕਿ ਆਪਾਂ ਆਨਲਾਈਨ ਹੀ ਇੱਕ ਦੂਜੇ ਦੇ ਰੂਬਰੂ ਹਾਂ, ਤਾਂ ਸਿਰਫ ਇੱਥੇ ਮੈਂ ਇਹੀ ਕਹੂੰਗੀ ਕਿ देयर कैन बी मैनी रीजनस जिन्हां करके ਤੁਹਾਡਾ ਦੋਸਤ ਜਿਹੜਾ ਨਾਰਾਜ਼ ਹੋ ਕੇ ਗਿਆ ਹੋਏਗਾ। ਹੋ ਸਕਦਾ ਹੈ ਉਹ ਇਸ ਗੱਲ ਤੋਂ ਨਾਰਾਜ਼ ਹੋਵੇ ਕਿ ਉਹਦੇ ਪੇਰੈਂਟਸ ਨੇ ਉਹਦੇ ਕਹੇ ਅਨੁਸਾਰ ਉਹਦੇ ਦੋਸਤ ਮਿੱਤਰ ਨਹੀਂ ਬੁਲਾਏ ਜਿਨ੍ਹਾਂ ਨੂੰ ਬੁਲਾਉਣਾ ਚਾਹੁੰਦਾ ਸੀ ਪਾਰਟੀ 'ਚ। ਰੀਜ਼ਨ ਇਹ ਹੋ ਸਕਦਾ ਹੈ ਕਿ ਪੇਰੈਂਟਸ ਦੀ ਜੋ ਉਹਦੇ ਲਈ ਗਿਫਟ ਲਿਆਏ ਉਹਨੂੰ ਪਸੰਦ ਆਈ ਹੋਵੇ। ਹੋ ਸਕਦਾ ਹੈ ਉਹਨੂੰ ਇਸ ਗੱਲ ਦਾ ਗੁੱਸਾ ਹੋਵੇ ਕਿ ਮੈਂ ਤਾਂ ਮਤਲਬ ਪਾਰਟੀ ਬਾਹਰ ਕਰਨੀ ਸੀਗੀ, ਪੇਰੈਂਟਸ ਨੇ ਫੋਰਸ ਕਰਕੇ ਘਰ ਹੀ ਕਰਵਾ ਦਿੱਤੀ ਜਾਂ ਕੁਝ ਵੀ ਹੈ ਨਾ। ਸੋ ਤਰਕ ਹੋਣਾ ਇਮੋਸ਼ਨਲ ਹੋਣ ਤੋਂ ਉਲਟਾ ਹੈ। ਜੇ ਆਪਾਂ ਇਮੋਸ਼ਨਲ ਹੋ ਕੇ ਸੋਚੀਏ ਤਾਂ ਸਥਿਤੀ ਦਾ ਹੱਲ ਹੋਰ ਮਿਲਦਾ ਆਪਾਂ ਨੂੰ, ਜੇ ਤਰਕ ਹੋ ਕੇ ਸੋਚੀਏ ਤਾਂ ਹੱਲ ਹੋਰ ਮਿਲਦਾ। ਤੁਹਾਡੀ ਜਿਹੜੀ ਉਮਰ ਹੈ ਬੇਟਾ, ਇਹ ਕਿਸ਼ੋਰ ਅਵਸਥਾ ਨੂੰ ਆਉਂਦੀ ਹੈ, ਐਡੋਲੈਸੈਂਸ ਪੀਰੀਅਡ ਹੈ ਤੁਹਾਡਾ। ਤੁਹਾਨੂੰ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਕਈ ਵਾਰੀ ਤੁਹਾਡੇ ਪੇਰੈਂਟਸ ਤੁਹਾਨੂੰ ਝਿੜਕ ਕੇ ਕਹਿ ਦਿੰਦੇ ਆ ਵੱਡਿਆਂ ਦੀ ਗੱਲ 'ਚ ਨਹੀਂ ਬੋਲੀ ਤਾਂ ਤੂੰ ਅਜੇ ਬੱਚਾ ਹੈ। ਕਦੀ ਤੁਹਾਨੂੰ ਕਹਿ ਦਿੰਦੇ ਆ ਇੰਨਾ ਵੱਡਾ ਹੋ ਗਿਆ ਤੈਨੂੰ ਪਤਾ ਹੀ ਨਹੀਂ ਚੱਲਦਾ ਕਿਵੇਂ ਬਿਹੇਵ ਕਰਨਾ ਹੈ ਨਾ। ਸੋ ਤੁਸੀਂ ਖੁਦ ਕਨਫਿਊਜ਼ ਹੋ ਕਿ ਮੈਂ ਵੱਡਾ ਹਾਂ ਕਿ ਮੈਂ ਛੋਟਾ ਹਾਂ। ਇਹਨੂੰ ਆਪਾਂ ਕਹਿ ਦਿੰਦੇ ਆ ਆਇਡੈਂਟੀਟੀ ਕ੍ਰਾਈਸਿਸ। ਤੁਸੀਂ ਆਪਣੀ ਆਇਡੈਂਟੀਟੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਇਸੇ ਤਰ੍ਹਾਂ ਹੀ ਤੁਸੀਂ ਇਸ ਗੱਲ ਨਾਲ ਪਰੇਸ਼ਾਨ ਹੋ ਜਾਂਦੇ ਹੋ ਕਿ ਤੁਹਾਨੂੰ ਕੋਈ ਸਮਝਦਾ ਨਹੀਂ, ਕਈ ਵਾਰੀ ਇਮੋਸ਼ਨਲ ਹੋ ਜਾਂਦੇ ਹੋ। ਲੇਕਿਨ ਨਹੀਂ, ਤੁਸੀਂ ਹਮੇਸ਼ਾ ਸਹੀ ਗਲਤ ਨੂੰ ਪਹਿਚਾਨਣਾ ਜਿਹੜਾ ਹੈ ਉਹ ਸਿੱਖਣਾ ਹੈ। ਬੱਚੇ ਇਮੋਸ਼ਨਲ ਹੋ ਜਾਂਦੇ ਹੈ ਕਿ ਜੋ ਚੀਜ਼ ਮੈਨੂੰ ਕਰਨੀ ਆਉਂਦੀ ਹੈ, ਮੈਨੂੰ ਮੋਬਾਈਲ 'ਚ ਕਰਨੀ ਆਉਂਦੀ ਹੈ, ਮੈਨੂੰ ਕੰਪਿਊਟਰ 'ਚ ਕਰਨੀ ਆਉਂਦੀ ਹੈ, ਮੇਰੇ ਪੇਰੈਂਟਸ ਨੂੰ ਆਉਂਦੀ ਨਹੀਂ, ਮੈਂ ਤਾਂ ਇੰਨਾ ਇੰਟੈਲੀਜੈਂਟ ਹਾਂ ਤੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ। ਲਾਈਕ ਕਈ ਵਾਰੀ ਹੈ ਨਾ। ਤਾਂ ਉਸ ਸਿਚੁਏਸ਼ਨ ਦੇ ਵਿੱਚ ਲੌਜੀਕਲੀ ਸੋਚੋ, ਰੈਸ਼ਨਲੀ ਸੋਚੋ ਕਿ ਜੋ ਤਜਰਬਾ ਤੁਹਾਡੇ ਪੇਰੈਂਟਸ ਕੋਲੇ ਹੈ ਕੀ ਉਹ ਤੁਹਾਡੇ ਕੋਲ ਹੈ। ਜੇ ਉਹ ਕਦੀ ਤੁਹਾਨੂੰ ਤੁਹਾਡੇ ਅੱਛੇ ਵਾਸਤੇ ਤੁਹਾਡੇ ਖਾਣ ਪੀਣ ਦੀਆਂ ਆਦਤਾਂ ਸੰਬੰਧੀ ਜਾਂ ਕੱਪੜੇ ਪਹਿਨ ਦੀ ਆਦਤਾਂ ਸੰਬੰਧੀ ਜਾਂ ਕੁਝ ਵੀ ਹੈ ਤੁਹਾਨੂੰ ਟੋਕਦੇ ਹੈ, ਤੁਹਾਨੂੰ ਕਹਿੰਦੇ ਹੈ, ਤਾਂ ਟਰਾਈ ਟੂ ਫਾਈਂਡ ਦ ਰੈਸ਼ਨਲ ਬਿਹਾਈਂਡ ਦੇਅਰ ਬਿਹੇਵੀਅਰ। ਉਹਨਾਂ ਦੇ ਉਸ ਵਿਹਾਰ ਪਿੱਛੇ ਉਹਨਾਂ ਦੀ ਭਾਵਨਾ ਦੇਖੋ ਬਜਾਏ ਇਮੋਸ਼ਨਲ ਹੋਣ ਦੇ। ਤੁਹਾਡੇ ਇਸ ਲੈਸਨ 'ਚ ਇੱਕ ਮੈਥਮੈਟੀਕਲ ਐਕਸਰਸਾਈਜ਼ ਵੀ ਮੈਂ ਪਾਈ ਸੀ ਜਿਹੜੀ ਹੁਣ ਤੁਹਾਨੂੰ ਡਿਸਪਲੇ ਕੀਤੀ ਜਾ ਰਹੀ ਹੈ ਇਸ ਵੇਲੇ। ਤਾਂ ਉਹਦੇ 'ਚ ਅਗਰ ਤੁਸੀਂ ਦੇਖੋਗੇ ਕਿ ਕਈ ਗੱਲਾਂ ਸਾਨੂੰ ਦੇਖਣ 'ਚ ਲੱਗਦੀਆਂ ਕਿ ਬੜੀਆਂ ਸਿੰਪਲ ਨੇ, ਲੇਕਿਨ ਉਹਨਾਂ ਪਿੱਛੇ ਲੌਜਿਕ ਕੋਈ ਹੋਰ ਹੀ ਹੁੰਦਾ ਹੈ। ਠੀਕ ਹੈ। ਸੋ ਤਰਕ ਸੰਗਤ ਸੋਚ ਵਿਕਸਿਤ ਹੋਣੀ ਇੱਕ ਮੈਚਿਓਰ ਇਨਸਾਨ ਦੀ ਨਿਸ਼ਾਨੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਉਣ ਵਾਲੇ ਸਾਡੇ ਦੇਸ਼ ਦਾ ਬਹੁਤ ਹੀ ਜ਼ਿੰਮੇਵਾਰ ਹਿੱਸਾ ਬਣਨ। ਤਾਂ ਬੇਟੇ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਤੇ ਆਪਣੇ ਇਮੋਸ਼ਨਸ ਤੇ ਕੰਟਰੋਲ ਸਿੱਖਦੇ ਹੋਏ ਤਰਕ ਸੰਗਤ ਹੋ ਕੇ ਸੋਚਣਾ ਉਹ ਸ਼ੁਰੂ ਕਰੋ। ਤਾਂ ਇਸ ਸੈਸ਼ਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਤਾਂ ਹੋਮਵਰਕ ਵਜੋਂ ਟੀਚਰਸ ਨੂੰ ਗੁਜ਼ਾਰਿਸ਼ ਹੈ ਕਿ ਉਹ ਤੁਹਾਨੂੰ ਡਿਬੇਟ ਜਿਹੜੀ ਹੈ ਉਹ ਕਰਵਾਉਣਗੇ। ਉਹ ਡਿਬੇਟ ਦਾ ਜਿਹੜਾ ਟੌਪਿਕ ਹੈ ਉਹ ਲੈਸਨ ਦੇ ਅਕੋਰਡਿੰਗ ਜੁਆਇੰਟ ਐਂਡ ਨਿਊਕਲੀਅਰ ਫੈਮਿਲੀ ਵੀ ਹੋ ਸਕਦਾ ਹੈ ਜਾਂ ਕੋਈ ਵੀ ਕਰਵਾ ਸਕਦੇ ਆ ਟੀਚਰਸ ਆਪਣੇ ਲੈਵਲ ਤੇ। ਤੇ ਇਹ ਜਿਹੜਾ ਡਿਬੇਟ ਹੈ ਇਹ ਬੜੀ ਗਰੁੱਪਸ ਦਾ ਆਪਸ 'ਚ ਕੰਪੀਟੀਸ਼ਨ ਵੀ ਕਰਵਾਇਆ ਜਾ ਸਕਦਾ ਹੈ। ਤਾਂ ਬਹੁਤ ਧੰਨਵਾਦ ਆਪ ਸਭ ਦਾ ਇਸ ਸੈਸ਼ਨ ਦਾ।